ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਸਰਕਾਰ ਬਣਾਉਣ 'ਚ ਔਰਤਾਂ ਦੀ ਰਹੇਗੀ ਅਹਿਮ ਭੂਮਿਕਾ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਹੈ ਤੁਸੀਂ। ਚਰਨਜੀਤ ਜੀ, ਪੰਜਾਬ ਚੋਣਾਂ ਜਿਹੜੇ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਜੋ ਕਿ 20 ਫਰਵਰੀ ਨੂੰ ਵੋਟਾਂ ਪੈ ਚੁੱਕੀਆਂ ਨੇ ਤੇ ਵੋਟਾਂ ਦੀ ਗਿਣਤੀ ਜਿਹੜੀ ਹੈ ਉਹ 10 ਮਾਰਚ ਨੂੰ ਹੋਵੇਗੀ ਤੇ ਚੋਣ ਕਮਿਸ਼ਨ ਵੱਲੋਂ VOTING ਤੋਂ ਬਾਅਦ ਜਿਹੜੀ ਪੰਜਾਬ ਭਰ ਤੋਂ ਸਾਰੇ ਡਾਟੇ ਹੁਣ ਜਾਰੀ ਕੀਤੇ ਨੇ, ਜਿਸ 'ਚ ਇੱਕ ਚੀਜ਼ ਦੇਖਣ 'ਚ ਸਾਹਮਣੇ ਆਈ ਹੈ ਕਿ ਇਸ ਵਾਰ VOTING ਦੇ ਵਿੱਚ ਔਰਤਾਂ ਦੀ ਗਿਣਤੀ ਵੱਡੇ ਪੱਧਰ 'ਤੇ ਰਹੀ ਹੈ, ਜਿਨ੍ਹਾਂ ਨੇ ਪੁਰਸ਼ਾਂ ਨਾਲੋਂ ਵੱਧ ਕੇ ਜਿਹੜਾ ਹੈਗਾ ਵੋਟਾਂ ਪਾਈਆਂ ਨੇ। ਤੇ ਇਸ ਤੋਂ ਸਾਫ਼ ਹੈ ਵੀ ਇਸ ਵਾਰ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਜਿਹੜੀ ਹੈ ਔਰਤਾਂ ਦੀ ਰਹੇਗੀ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਸ ਔਰਤਾਂ ਦੀ ਵੱਡੀ ਗਿਣਤੀ ਵਿੱਚ VOTING ਪਾਉਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੀਆਂ 16ਵੀਂ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਹੈ ਜਿਹੜਾ ਮੁਕੰਮਲ ਹੋ ਗਿਆ ਜੀ। ਔਰ ਚੋਣ ਕਮਿਸ਼ਨ ਨੇ ਜਿਹੜਾ ਆਪਣਾ ਫਾਈਨਲ VOTING ਦਾ ਅੰਕੜਾ ਹੈ ਉਹ ਵੀ ਜਾਰੀ ਕਰ ਦਿੱਤਾ ਹੈ ਜੀ। ਤੇ ਜਿੱਥੇ ਹੁਣ ਸਿਆਸੀ ਧਿਰਾਂ ਅਗਲੀ ਨਵੀਂ ਸਰਕਾਰ ਬਣਾਉਣ ਦੇ ਲਈ ਜੋੜ ਤੋੜ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ, ਉੱਥੇ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਵੀ ਜਿਹੜੇ 10 ਮਾਰਚ ਨੂੰ ਚੋਣ ਨਤੀਜੇ ਆਉਣੇ ਨੇ ਉਹਨਾਂ 'ਤੇ ਲੱਗੀਆਂ ਹੋਈਆਂ ਨੇ। ਜੀ। ਔਰ ਇਹਨਾਂ ਪੰਜਾਬ ਚੋਣਾਂ ਦੇ ਵਿੱਚ ਜਿਹੜੀ ਇੱਕ ਨਿਵੇਕਲੀ ਔਰ ਇੱਕ ਚੰਗੀ, ਜਿਸ ਨੂੰ ਆਪਾਂ ਕਹਿੰਦੇ ਕਿ ਚੰਗਾ ਸ਼ਗਨ ਕਹਿ ਸਕਦੇ ਹਾਂ, ਉਹ ਗੱਲ ਸਾਹਮਣੇ ਆਈ ਹੈ। ਉਹ ਹੈ ਕਿ ਔਰਤਾਂ ਦਾ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰਨਾ ਜੀ। ਵੋਟਾਂ ਦੇ ਵਿੱਚ। ਇਕੱਲਾ ਆਤਿਸ਼ ਜੀ ਇਹ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਇਹ ਟਰੈਂਡ ਹੈ, ਬਲਕਿ ਆਲ ਓਵਰ ਇੰਡੀਆ ਪਿਛਲੇ ਟਾਈਮ 'ਚ ਜਿੰਨੀਆਂ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਚਾਹੇ ਲੋਕ ਸਭਾ ਦੀਆਂ ਚੋਣਾਂ ਸੀ 2019 ਦੀਆਂ ਜਾਂ 14 ਦੀਆਂ ਸੀ, ਉਹਨਾਂ ਦਾ ਵੀ ਟਰੈਂਡ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਕਰਦਾ ਹੈ ਕਿ ਔਰਤਾਂ ਨੇ ਜਿਹੜਾ VOTING ਪ੍ਰੋਸੈਸ ਦੇ ਵਿੱਚ ਜਿਹੜੀ ਉਹਨੇ ਪਾਰਟਿਸਿਪੇਟ ਕਰਨਾ, ਉਹਦੇ ਵਿੱਚ ਇਜ਼ਾਫਾ ਹੋਇਆ ਹੈਗਾ। ਜਿਸ ਤਰ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਕਰੀਬਨ 14 ਸਟੇਟ ਉਹ ਸੀ ਸੂਬੇ ਜਿਨ੍ਹਾਂ ਦੇ ਵਿੱਚ ਔਰਤਾਂ ਨੇ ਪੁਰਸ਼ਾਂ ਨਾਲੋਂ ਵੱਧ ਮਤਦਾਨ ਕੀਤਾ ਸੀਗਾ। ਜੀ। ਇੱਕ ਲੋਕ ਨੀਤੀ ਦਾ ਸਰਵੇ ਵੀ ਪਿੱਛੇ ਸਾਹਮਣੇ ਆਇਆ ਸੀ ਕਿ ਜਦੋਂ ਵੈਸਟ ਬੰਗਾਲ ਦੀਆਂ ਚੋਣਾਂ ਹੋਈਆਂ, ਉਸ ਤੋਂ ਪਹਿਲਾਂ ਦਿੱਲੀ ਦੀਆਂ ਚੋਣਾਂ ਹੋਈਆਂ ਸੀ, ਤਾਂ ਉਹਨਾਂ ਦੇ ਵਿੱਚ ਵੀ ਉਹ ਸਰਵੇ ਦੇ ਵਿੱਚ ਵੀ ਸਾਹਮਣੇ ਆਈ ਸੀ ਗੱਲ ਕਿ ਵੱਧ ਤੋਂ ਵੱਧ ਜਾਂ ਔਰਤਾਂ ਨੇ ਪਾਰਟਿਸਿਪੇਟ ਕੀਤਾ ਪੁਰਸ਼ਾਂ ਨਾਲੋਂ। ਜੀ। ਇੱਕ ਜ਼ਮਾਨਾ ਸੀ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਕਿ ਪਹਿਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ, ਜਾਂ ਆਪਾਂ ਕਹਿ ਲਈਏ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ, ਤਾਂ ਉਸ ਟਾਈਮ ਜਿਹੜਾ ਔਰਤਾਂ ਦਾ ਅੰਕੜਾ ਸੀ ਉਹ ਬੜਾ ਨੀਵਾਂ ਹੁੰਦਾ ਸੀਗਾ। ਦੱਸਦੇ ਨੇ ਕਿ ਜਿਹੜਾ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਅਵੇਲੇਬਲ ਹੈ ਕਿ ਉਦੋਂ 17% ਹੈ ਜਿਹੜੀ ਔਰਤਾਂ ਮਤਦਾਨ ਪੁਰਸ਼ਾਂ ਦੇ ਮੁਕਾਬਲਤਨ ਘੱਟ ਕਰਦੀਆਂ ਸੀ। ਅਤੇ ਜਿਹੜੀ ਹੁਣ ਆਪਣੀ ਲੋਕ ਸਭਾ 2019 ਦੇ ਵਿੱਚ ਚੁਣੀ ਗਈ ਹੈ ਨਵੀਂ ਸਰਕਾਰ, ਕੇਂਦਰ ਸਰਕਾਰ, ਉਹਦੇ ਵਿੱਚ ਜਿਹੜਾ ਇਹ ਅੰਕੜਾ 0.4 ਦਾ ਆਇਆ ਹੈਗਾ। ਇੰਨਾ ਮਤਲਬ। ਅਤੇ ਪੰਜਾਬ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਪਿਛਲੀਆਂ 3 ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਹਾਲ ਰਿਹਾ ਕਿ ਔਰਤਾਂ ਦੀ ਜਿਹੜੀ ਪਾਰਟਿਸਿਪੇਸ਼ਨ ਹੈ VOTING ਪ੍ਰੋਸੈਸ ਦੇ ਵਿੱਚ ਉਹ ਪੁਰਸ਼ਾਂ ਨਾਲੋਂ ਜ਼ਿਆਦਾ ਰਹੀ ਹੈ। ਜੇ ਹੁਣ ਆਪਾਂ ਗੱਲ ਕਰੀਏ ਕਿ ਮੌਜੂਦਾ ਜਿਹੜੇ ਅੰਕੜੇ ਆਪਣੇ ਸਾਹਮਣੇ ਆਏ ਨੇ, ਉਹਦੇ ਵਿੱਚ ਇਹ ਹੈ ਕਿ ਔਰਤਾਂ ਦਾ ਦਬਦਬਾ ਇਸ ਮਸਲੇ ਦੇ ਵਿੱਚ ਜ਼ਿਆਦਾ ਰਿਹਾ ਐਤਕੀ। ਤਾਂ ਨੈਚੁਰਲ ਹੈ ਕਿ ਜਿਹੜੀ ਨਵੀਂ ਸਰਕਾਰ ਬਣੇਗੀ ਉਹਦੇ ਵਿੱਚ ਔਰਤਾਂ ਦੀ ਜਿਹੜੀ ਭੂਮਿਕਾ ਹੈ ਜਾਂ ਕੰਟਰੀਬਿਊਸ਼ਨ ਹੈ ਉਹ ਅਹਿਮ ਹੋਏਗੀ। ਜਾਂ ਨਵੀਂ ਸਰਕਾਰ ਕਿਹੋ ਜਿਹੀ ਬਣਦੀ ਹੈ, ਉਸ ਤੋਂ ਸਾਡੀਆਂ ਔਰਤਾਂ ਦਾ, ਖਾਸ ਕਰਕੇ ਜਿਹੜੀਆਂ ਨੌਜਵਾਨ ਪੀੜ੍ਹੀ ਹੈ, ਲੜਕੀਆਂ ਨੇ ਜਾਂ ਫਸਟ ਟਾਈਮਰ ਵੋਟਰ ਕਹਿੰਦੇ ਆ, ਉਹਨਾਂ ਦੀ ਜਿਹੜਾ ਅਹਿਮ ਯੋਗਦਾਨ ਸਾਨੂੰ ਦੇਖਣ ਨੂੰ ਮਿਲੇਗਾ। ਅਤੇ ਦੇਖਿਆ ਜਾਵੇ ਤਾਂ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਚੋਣ ਕਮਿਸ਼ਨ ਦੇ ਅੰਕੜੇ ਦੇ ਮੁਤਾਬਕ ਦੁਆਬੇ ਦੇ 11 ਵਿਧਾਨ ਸਭਾ ਹਲਕਿਆਂ ਦੇ ਵਿੱਚ ਔਰ ਮਾਲਵੇ ਦੇ 1 ਵਿਧਾਨ ਸਭਾ ਹਲਕੇ ਦੇ ਵਿੱਚ ਔਰਤਾਂ ਨੇ ਪੁਰਸ਼ਾਂ ਨਾਲੋਂ ਜ਼ਿਆਦਾ ਵੋਟਾਂ ਪਾਈਆਂ। ਉੱਧਰੋਂ ਆਪਾਂ ਗੱਲ ਸ਼ੁਰੂ ਕਰੀਏ ਜੇ ਭੁਲੱਥ ਤੋਂ, ਜਾਂ ਆਪਾਂ ਜਲੰਧਰ ਕੈਂਟ ਦੀ ਗੱਲ ਕਰੀਏ, ਜਾਂ ਇੱਧਰ ਹੁਸ਼ਿਆਰਪੁਰ ਦੀ ਕਰੀਏ, ਬਲਾਚੌਰ ਦੀ ਕਰੀਏ, ਜਾਂ ਸਾਮ 84 ਹੈਗਾ, ਜਾਂ ਇੱਧਰ ਨਵਾਂ ਸ਼ਹਿਰ ਦੇ ਕੁਝ ਜ਼ਿਲ੍ਹੇ ਹੈਗੇ ਨੇ, ਤਾਂ ਇਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਤਕਰੀਬਨ ਇਹ ਸਾਰੇ 11 ਸਾਰੇ ਟੋਟਲੀ ਦੁਆਬੇ ਦੇ ਹਲਕੇ ਬਣ ਜਾਂਦੇ ਨੇ। ਇਹਨਾਂ ਦੇ ਵਿੱਚ ਔਰਤਾਂ ਦੀ ਜਿਹੜੀ ਪਾਰਟਿਸਿਪੇਸ਼ਨ ਹੈ ਵੋਟਾਂ ਦੇ ਵਿੱਚ ਜ਼ਿਆਦਾ ਰਹੀ ਹੈ। ਮਾਲਵੇ ਦੇ ਵਿੱਚੋਂ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਹੈ ਹਲਕਾ ਹੈਗਾ, ਉੱਥੇ ਜਿਹੜੀ ਪਾਰਟਿਸਿਪੇਸ਼ਨ ਹੈ ਜਿਹੜੀ ਔਰਤਾਂ ਦੀ ਪੁਰਸ਼ਾਂ ਨਾਲੋਂ ਜ਼ਿਆਦਾ ਰਹੀ ਹੈ। ਤਾਂ ਇਹਨਾਂ ਜਿਹੜੀ ਨਵੀਂ ਸਰਕਾਰ 'ਤੇ ਜਿਹੜੀ ਛਾਪ ਹੈ ਸਾਨੂੰ ਦੇਖਣ ਨੂੰ ਮਿਲੇਗੀ ਮਹਿਲਾ ਸ਼ਕਤੀ ਦੀ, ਜਾਂ ਆਪਾਂ ਕਹਿ ਲਈਏ ਨਾਰੀ ਸ਼ਕਤੀ ਦੀ। ਪੰਜਾਬ ਦੇ ਵਿੱਚ ਤਕਰੀਬਨ 2 ਕਰੋੜ 14 ਲੱਖ ਟੋਟਲ ਵੋਟਰ ਹੈ, ਜਿਨ੍ਹਾਂ ਦੇ ਵਿੱਚੋਂ 1 ਕਰੋੜ 12 ਲੱਖ ਹੈ ਜਿਹੜੇ
ਉਹ ਵੋਟਰ ਹੈ ਜਿਹੜੇ ਪੁਰਸ਼ ਨੇ, ਔਰ 1 ਕਰੋੜ 2 ਲੱਖ ਹੈ ਜਿਹੜੇ ਉਹ ਮਹਿਲਾ ਵੋਟਰ ਨੇ, ਜਿਹਦੇ ਵਿੱਚੋਂ ਇਹ ਡਾਟਾ ਅਸੀਂ ਚੋਣ ਕਮਿਸ਼ਨ ਨੇ ਅੱਗੇ ਕੱਢਿਆ ਕਿ ਕਿੰਨੀਆਂ ਵੋਟਾਂ ਔਰਤਾਂ ਦੀਆਂ ਪੋਲ ਹੋਈਆਂ, ਕਿੰਨੀਆਂ ਜਿਹੜੀਆਂ ਪੁਰਸ਼ਾਂ ਦੀਆਂ ਪੋਲ ਹੋਈਆਂ ਨੇ। ਇਹ ਤਾਂ ਗੱਲ ਇਹ ਰਹੀ ਆਤਿਸ਼ ਜੀ ਕਿ ਲੋਕਾਂ ਨੇ ਇੱਕ ਵੋਟਿੰਗ ਪ੍ਰੋਸੈਸ ਦੇ ਵਿੱਚ ਔਰਤਾਂ ਨੇ ਪਾਰਟੀਸਪੇਟ ਕੀਤਾ ਹੈਗਾ, ਤਾਂ ਇਹ ਇੱਕ ਚੰਗਾ ਟਰੈਂਡ ਹੈ, ਇੱਕ ਸਾਹਮਣੇ ਜਿਹੜਾ ਭਾਰਤੀ ਲੋਕ ਰਾਜ ਨੂੰ ਮਜ਼ਬੂਤੀ ਦੇਣ ਵਾਲਾ ਹੈ, ਜਾਂ ਔਰਤਾਂ ਨੂੰ ਇੱਕ ਤਾਕਤ ਦੇਣ ਵਾਲਾ ਹੈ, ਜਾਂ ਔਰਤਾਂ ਨੂੰ ਇੱਕ ਲਾਈਮਲਾਈਟ 'ਚ ਲਿਆਉਣ ਵਾਲਾ ਹੈਗਾ। ਪਰ ਇਸ ਨਾਲ ਮਸਲਾ ਜਿਹੜਾ ਉਹ ਹੱਲ ਹੋਣ ਵਾਲਾ ਨਹੀਂ, ਕਿਉਂਕਿ ਮੇਨ ਮਸਲਾ ਇਹ ਹੈ ਕਿ ਜਿੰਨਾ ਟਾਈਮ ਔਰਤਾਂ ਦੀ ਇੱਕ ਡਿਸੀਜ਼ਨ ਮੇਕਿੰਗ ਪ੍ਰੋਸੈਸ ਦੇ ਵਿੱਚ ਪਾਰਟੀਸਪੇਸ਼ਨ ਨਹੀਂ ਵੱਧਦੀ, ਉਹਨਾਂ ਟਾਈਮ ਇਹ ਸਭ ਗੱਲਾਂ ਫਜ਼ੂਲ ਨੇ। ਇੰਨਾ ਜ਼ਰੂਰ ਹੈ ਕਿ ਪਾਰਟੀਆਂ ਨੂੰ ਹੁਣ ਜਿਹੜਾ ਟੋਟਲ ਆਪਣਾ ਫੋਕਸ ਹੈ ਉਹ ਔਰਤਾਂ 'ਤੇ ਕਰਨਾ ਪਿਆ। ਤੁਸੀਂ ਇਹਨਾਂ ਚੋਣਾਂ ਦੇ ਵਿੱਚ ਆਤਿਸ਼ ਜੀ ਦੇਖਿਆ ਹੋਏਗਾ, ਚਾਹੇ ਟਿਕਟਾਂ ਦੀ ਵੰਡ ਦੇ ਵਿੱਚ ਉਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਔਰਤਾਂ ਨਾਲ ਹੋਈ ਹੈ ਕਿ 1304 ਕੈਂਡੀਡੇਟਸ ਦੇ ਵਿੱਚੋਂ ਸਿਰਫ 93 ਔਰਤਾਂ ਨੂੰ ਪਾਰਟੀਆਂ ਨੇ ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਨੇ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਨੇ 5 ਟਿਕਟਾਂ ਦਿੱਤੀਆਂ ਨੇ, ਕਾਂਗਰਸ ਨੇ 11 ਦਿੱਤੀਆਂ, ਆਮ ਆਦਮੀ ਪਾਰਟੀ ਨੇ 12 ਟਿਕਟਾਂ ਜਿਹੜੀਆਂ ਉਹ ਮਹਿਲਾਵਾਂ ਨੂੰ ਦਿੱਤੀਆਂ ਨੇ। ਤਾਂ ਇਹਦੇ ਵਿੱਚ ਤਾਂ ਡਿਸਕ੍ਰਿਮੀਨੇਸ਼ਨ ਹੋਇਆ ਹੈ। ਪਰ ਜਦੋਂ ਪਾਰਟੀਆਂ ਦੀ ਵੈਸੇ ਚੋਣ ਪ੍ਰਚਾਰ ਦੀ ਉਹਨਾਂ ਦੀਆਂ ਸਪੀਚਸ ਦੇਖਦੇ ਹਾਂ, ਉਹਨਾਂ ਦੇ ਪਾਲਿਸੀ ਪ੍ਰੋਗਰਾਮ ਦੇਖਦੇ ਹਾਂ, ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਔਰਤ ਨੂੰ ਜਿਹੜਾ ਐਤਕੀ ਏਜੰਡੇ 'ਤੇ ਰੱਖਿਆ ਹੈਗਾ। ਜਿਸ ਤਰ੍ਹਾਂ ਯੂਪੀ ਇਲੈਕਸ਼ਨ ਸਾਡੇ ਚੱਲ ਰਹੀਆਂ ਨੇ, ਤਾਂ ਉੱਥੇ ਪ੍ਰਿੰਕਾ ਗਾਂਧੀ ਨੇ ਨਾਅਰਾ ਦਿੱਤਾ ਹੈ ਲੜਕੀ ਹੂੰ ਲੜ ਸਕਤੀ ਹੂੰ, ਠੀਕ ਹੈ, ਅਤੇ 40% ਉੱਥੇ ਔਰਤਾਂ ਨੂੰ ਟਿਕਟਾਂ ਵੀ ਦਿੱਤੀਆਂ ਗਈਆਂ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਹੈ ਜਿਹੜੀ ਉਹਨੇ ਉਹ 'ਤੇ ਜਿਹੜੀ ਉਸ ਤਰਜ਼ 'ਤੇ ਪੰਜਾਬ ਦੇ ਵਿੱਚ ਟਿਕਟਾਂ ਦੀ ਵੰਡ ਹੈ ਜਿਹੜੀ ਉਹ ਨਹੀਂ ਕੀਤੀ ਹੈਗੀ ਹੈ। ਤਾਂ ਇਸੇ ਤਰ੍ਹਾਂ ਹੀ ਅੱਗੇ ਨਜ਼ਰ ਮਾਰ ਗਏ ਅਸੀਂ, ਤਾਂ ਇਹਨਾਂ ਨੇ ਜਿਹੜੇ ਮੈਨੀਫੈਸਟੋ ਬਣਾਏ, ਆਪਣੇ ਚੋਣ ਮਨੋਰਥ ਪੱਤਰ ਬਣਾਏ, ਉਹਦੇ ਵਿੱਚ ਵੀ ਔਰਤ ਹੈ ਜਾਂ ਲੜਕੀ ਹੈ ਉਹ ਫੋਕਸ ਹੋਈ ਹੈ। ਚਾਹੇ ਮਤਲਬ ਬੁਢਾਪਾ ਪੈਨਸ਼ਨ ਦੀ ਗੱਲ ਹੋਵੇ, ਚਾਹੇ ਉਹ ਔਰਤਾਂ ਨੂੰ ਜਿਵੇਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ 1100 ਰੁਪਇਆ ਦੇਵਾਂਗੇ ਹਰ ਮਹਿਲਾ ਨੂੰ, ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀਂ 2000 ਹੈ ਜਿਹੜੀ ਪ੍ਰਤੀ ਮੈਂਬਰ ਹੈ ਮਹਿਲਾ ਉਹ ਅਸੀਂ ਹਰ ਪਰਿਵਾਰ ਨੂੰ ਦੇਵਾਂਗੇ। ਤਾਂ ਹਰ ਪਾਰਟੀ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਾਂ ਕਾਂਗਰਸ ਨੇ ਕਿਹਾ ਕਿ ਅਸੀਂ 5ਵੀਂ ਪਾਸ ਲੜਕੀ ਨੂੰ 5000 ਰੁਪਇਆ ਦੇਵਾਂਗੇ, ਉਸ ਤੋਂ ਉੱਪਰ ਉਸੇ ਰੇਸ਼ੋ ਦੇ ਵਿੱਚ ਦਰ ਵਧਾਈ ਗਈ ਹੈ। ਤਾਂ ਸਾਰੀਆਂ ਸਪੀਚਸ ਦੇ ਵਿੱਚ ਜਾਂ ਕੰਪੇਨ ਦੇ ਵਿੱਚ ਦੇਖ ਲਓ, ਮੈਕਸੀਮਮ ਪਾਰਟੀਸਪੇਸ਼ਨ ਹੈ ਜਿਹੜੀ ਉਹ ਔਰਤਾਂ ਦੀ ਰਹੀ ਹੈਗੀ ਹੈ। ਅਬੋਹਰ ਦੇ ਵਿੱਚ ਤਾਂ ਜਿਹੜਾ ਹੈਗਾ ਉੱਥੇ ਜਿਹੜਾ ਅਬੋਹਰ ਕੰਸਟੀਚੁਐਂਸੀ ਹੈ ਉਹਦੇ ਵਿੱਚ ਤਾਂ ਔਰਤਾਂ ਨੂੰ ਜਿਹੜਾ ਪੋਲਿੰਗ ਏਜੰਟ ਵੀ ਲਾਇਆ ਗਿਆ। ਹਾਲਾਂਕਿ ਪੰਜਾਬ ਦੇ ਵਿੱਚ ਤਕਰੀਬਨ 4 ਲੱਖ ਪੋਲਿੰਗ ਏਜੰਟ ਬੈਠਦੇ ਨੇ, ਤਾਂ ਉਹਨਾਂ ਨੇ ਇੱਕ ਨਵਾਂ ਤਜਰਬਾ ਕੀਤਾ, ਕਿਉਂਕਿ ਚੋਣ ਕਮਿਸ਼ਨ ਮਹਿਲਾ ਸਟਾਫ ਦੀ ਪੋਲਿੰਗ ਸਟਾਫ 'ਚ ਤਾਂ ਡਿਊਟੀ ਪਹਿਲਾਂ ਹੀ ਲੱਗਦੀ ਹੈ, ਪਰ ਇਹ ਨਵੀਂ ਚੀਜ਼ ਵੀ ਸਾਨੂੰ ਦੇਖਣ ਨੂੰ ਮਿਲੀ ਹੈ। ਕਈ ਮਹਿਲਾਵਾਂ ਦੇ ਪੋਲਿੰਗ ਬੂਥ ਬਣਾਏ ਗਏ ਸੀ ਕਿ ਜਿੱਥੇ ਸਮੁੱਚਾ ਜਿਹੜਾ ਚੋਣ ਅਮਲ ਹੈ ਉਹ ਮਹਿਲਾ ਸੀ। ਇਸ ਤਰ੍ਹਾਂ ਹੀ ਉੱਥੇ ਕਾਂਗਰਸ ਪਾਰਟੀ ਨੇ ਅਬੋਹਰ ਦੇ ਵਿੱਚ ਜਿਹੜੇ ਹੈਗੇ ਨੇ ਜਿਹੜੇ ਪੋਲਿੰਗ ਏਜੰਟ ਵੀ ਆਪਣੇ ਲਾਏ ਨੇ, ਉਹ ਵੀ ਮਹਿਲਾਵਾਂ ਨੂੰ ਲਾਇਆ। ਇਹ ਇੱਕ ਨਵਾਂ ਤਜਰਬਾ ਕੀਤਾ ਗਿਆ ਸੀ। ਤਾਂ ਸਮੁੱਚੇ ਰੂਪ 'ਚ ਦੇਖੀਏ ਤਾਂ ਔਰਤ ਹੈ ਜਿਹੜੀ ਇਸ ਦੇ ਟੋਟਲ ਪੋਲਿੰਗ ਪ੍ਰੋਸੈਸ ਦੇ ਵਿੱਚ ਉਹ ਫੋਕਸ 'ਤੇ ਰਹੀ ਹੈ, ਲਾਈਮਲਾਈਟ ਦੇ ਵਿੱਚ ਰਹੀ ਹੈ। ਕਿਉਂਕਿ ਦੇਖੋ ਵੋਟਿੰਗ ਦਾ ਜਿਹੜਾ ਰਾਈਟ ਹੈ ਸਾਡਾ, ਕਿ ਸਾਨੂੰ ਇਸ ਇੱਕ ਤਰ੍ਹਾਂ ਦਾ ਕੋਈ ਖੈਰਾਤ 'ਚ ਤਾਂ ਮਿਲਿਆ ਨਹੀਂ ਹੋਇਆ। ਅਸੀਂ ਤਾਂ 1947 'ਚ ਜਦੋਂ ਸਾਨੂੰ ਆਜ਼ਾਦੀ ਮਿਲੀ ਹੈ ਤਾਂ ਸਾਨੂੰ ਇਕੁਅਲ ਵੋਟਿੰਗ ਰਾਈਟ ਮਿਲਿਆ, ਔਰਤ ਨੂੰ ਵੀ ਮਿਲਿਆ, ਮਰਦ ਨੂੰ ਵੀ ਮਿਲਿਆ। ਦੂਸਰੇ ਮੁਲਕ ਹੈਗਾ ਜਿਸ ਤਰ੍ਹਾਂ ਅਮਰੀਕਾ ਹੈਗਾ, ਇੰਗਲੈਂਡ ਹੈਗਾ, ਉਹਨਾਂ ਦੇ ਵਿੱਚ ਬੜੀਆਂ ਲੰਮੀਆਂ ਸਦੀਆਂ ਔਰਤਾਂ ਨੂੰ ਜਿਹੜਾ ਵੋਟ ਦਾ ਰਾਈਟ ਹੈ ਜਿਹੜਾ ਉਹ ਨਹੀਂ ਦਿੱਤਾ ਗਿਆ ਸੀ। ਅਸੀਂ ਵੀ ਜਦੋਂ ਗੁਲਾਮ ਸੀ ਇੱਕ ਸੀਮਤ ਔਰਤਾਂ ਨੂੰ ਸੀਮਤ ਰੂਪ ਦੇ ਵਿੱਚ ਵੋਟਿੰਗ ਰਾਈਟ ਮਿਲਿਆ ਹੋਇਆ ਸੀ। ਹੁਣ ਸਾਨੂੰ ਇਹ ਕੰਸਟੀਟਿਊਸ਼ਨਲ ਰਾਈਟ ਹੈ। ਤਾਂ ਜਿੱਥੇ ਸਮਾਜ ਦੇ ਹਰ ਖੇਤਰ ਦੇ ਵਿੱਚ ਔਰਤ ਅੱਗੇ ਵਧ ਰਹੀ ਹੈ, ਚਾਹੇ ਉਹ ਪਬਲਿਕ ਸੈਕਟਰ ਹੈ ਚਾਹੇ ਪ੍ਰਾਈਵੇਟ ਸੈਕਟਰ ਹੈ, ਉੱਥੇ ਇੱਕ ਚੰਗੀ ਸ਼ੁਰੂਆਤ ਹੈ ਕਿ ਔਰਤਾਂ ਨੇ ਸਿਆਸਤ ਦੇ ਪਿੜ ਦੇ ਵਿੱਚ ਵੀ, ਹਾਲਾਂਕਿ ਸਿਆਸਤ ਨੂੰ ਇੱਕ ਗੰਦੀ ਖੇਡ ਦੇ ਤੌਰ 'ਤੇ ਲਿਆ ਜਾਂਦਾ ਹੈ, ਉਹਦੇ ਵਿੱਚ ਵੀ ਇੱਕ ਰਾਜਨੀਤੀਵਾਨ ਹੈ ਜਿਹੜੇ ਉਹ ਨਹੀਂ ਚਾਹੁੰਦੇ ਕਿ ਔਰਤ ਇਸ ਖੇਤਰ ਦੇ ਵਿੱਚ ਅੱਗੇ ਆਵੇ। ਤਾਂ ਉਹਨਾਂ ਦੇ ਵੀ ਇਹ ਕਿਤੇ ਨਾ ਕਿਤੇ ਇੱਕ ਪਰਸੈਪਸ਼ਨ ਹੈ ਜਿਹੜੀ ਉਹ ਖੜੀ ਕੀਤੀ ਹੋਈ ਹੈ ਤਾਂ ਕਿ ਔਰਤਾਂ ਨੂੰ ਰਾਜਨੀਤੀ ਤੋਂ ਦੂਰ ਹੀ ਰੱਖਿਆ ਜਾਵੇ। ਹਾਲਾਂਕਿ ਇਹ ਪੋਸੀਬਿਲਿਟੀਜ਼ ਹੋ ਸਕਦੀ ਹੈ ਕਿ ਅਗਰ ਔਰਤਾਂ ਦੀ ਗਿਣਤੀ ਹੈ ਜਿਹੜੀ ਰਾਜਨੀਤੀ ਦੇ ਵਿੱਚ ਵਧੇਗੀ ਤਾਂ ਹੋ ਸਕਦਾ ਕਿ ਸਾਡੀ ਜਿਹੜੀ ਇਹ ਗੰਦਗੀ ਹੈ ਸਿਆਸਤ ਵਾਲੀ ਉਹਦੇ ਵਿੱਚੋਂ ਉਹ ਥੋੜ੍ਹੀ ਨਿਰਲੇਪ ਹੋ ਸਕੇ। ਤਾਂ ਇਹ ਚੰਗਾ ਇਸ਼ਾਰਾ ਕਰਦੀਆਂ ਨੇ। ਔਰ ਨਵੀਂ ਸਰਕਾਰ ਹੈ ਜਿਹੜੀ ਬਣਦੀ ਹੈ 10 ਮਾਰਚ ਨੂੰ ਰਿਜ਼ਲਟ ਆਉਣੇ ਨੇ, ਉਹ ਦੇਖਦੇ ਹਾਂ ਕਿ ਕਿਸ ਕਿਸਮ ਦੀ ਹੋਏਗੀ, ਕਿਸ ਕਿਸਮ ਦਾ ਉਹਦਾ ਮੁਹਾਂਦਰਾ ਹੋਏਗਾ, ਉਹ ਹੰਗ ਹੋਏਗੀ ਜਾਂ ਮੈਸਿਵ ਮੈਜੋਰਟੀ ਵਾਲੀ ਹੋਏਗੀ।
ਚਰਨਜੀਤ ਜੀ, ਜੇ ਮੌਜੂਦਾ ਸਮੇਂ ਤੇ ਆਪਾਂ ਝਾਤੀ ਮਾਰਦੇ ਹਾਂ ਤਾਂ ਔਰਤਾਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਦਾ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਵਿਧਾਨ ਸਭਾ ਚੋਣਾਂ 'ਚ ਔਰਤਾਂ ਨੇ ਤਾਂ ਆਪਣਾ ਵੋਟਾਂ ਪਾ ਕੇ ਆਪਣਾ ਫਰਜ਼ ਜਿਹੜਾ ਹੈਗਾ ਨਿਭਾਤਾ। ਕੀ ਤੁਹਾਨੂੰ ਲੱਗਦਾ ਵੀ ਕਿ ਰਾਜਸੀ ਪਾਰਟੀਆਂ ਵੱਲੋਂ ਜਿਹੜਾ ਇਹ ਸਟੇਜਾਂ ਦੇ ਉੱਤੇ, ਚਾਹੇ ਇਹ ਪੈਨਸ਼ਨ ਦੇਣ ਦੀ ਗੱਲ ਕਰੀ ਹੋਵੇ, ਚਾਹੇ 5ਵੀਂ ਪਾਸ ਨੂੰ, 8ਵੀਂ ਪਾਸ, 12ਵੀਂ ਪਾਸ ਨੂੰ ਕੁਝ ਜਿਹੜਾ ਹੈਗਾ ਮੁਆਵਜ਼ਾ ਰਾਸ਼ੀ ਦੇਣ ਦੀ ਗੱਲਾਂ ਕੀਤੀਆਂ ਹੋਣ, ਉਹ ਜਿਹੜੀ ਹੈਗੀ ਹੈ ਬਹੁਤ ਹੈ ਕਿ ਸਰਕਾਰਾਂ ਨੂੰ ਔਰਤਾਂ ਦੇ ਜੀਵਨ ਪੱਧਰ ਦੇ ਵਿੱਚ ਸੁਧਾਰ ਲਈ ਹੋਰ ਵੀ ਜਿਹੜੀ ਹੈਗੀ ਹੈ ਰਾਜਸੀ ਪਾਰਟੀਆਂ ਨੂੰ ਕੋਈ ਨਵੀਂ ਸੋਚ ਲਿਆਉਣ ਦੀ ਲੋੜ ਹੈ। ਦੇਖੋ, ਔਰਤਾਂ ਨੇ ਤਾਂ ਆਪੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਡਿਊਟੀ ਹੈ ਜਿਹੜੀ ਪੂਰੀ ਕਰ ਦਿੱਤੀ ਹੈਗੀ ਹੈ, ਉਹਨਾਂ ਨੇ ਤਾਂ ਆਪਣਾ ਇੱਕ ਜਿਹੜਾ ਵੋਟਿੰਗ ਦਾ ਫਰਜ਼ ਹੈ ਉਹ ਨਿਭਾ ਦਿੱਤਾ ਹੈ। ਪਰ ਸਾਰੀਆਂ ਔਰਤਾਂ ਦੀ ਸਥਿਤੀ ਇੱਕੋ ਜਿਹੀ ਨਹੀਂ ਕਿ ਨਾ। ਅੱਜ ਪੰਜਾਬ ਦੇ ਵਿੱਚ ਔਰਤਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀ ਚੁਣੌਤੀਆਂ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਨੇ ਹਰ ਪੈਰ 'ਤੇ। ਖਾਸ ਕਰਕੇ ਜਿਹੜੀ ਪੇਂਡੂ ਮਹਿਲਾਵਾਂ ਨੇ, ਕਿਸਾਨੀ ਦੀਆਂ ਹੋਣ, ਚਾਹੇ ਉਹ ਮਜ਼ਦੂਰਾਂ 'ਚੋਂ ਹੋਣ, ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੇ ਬੇਸਿਕ ਮਸਲੇ ਆ ਔਰਤਾਂ ਦੇ ਜਾਂ ਮੂਲ ਮਸਲੇ ਆ, ਉਹ ਕਿਤੇ ਵੀ ਨਜਿੱਠੇ ਨਹੀਂ ਜਾਂਦੇ ਅਤੇ ਨਾ ਹੀ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਚਾਹੁੰਦੀਆਂ ਹੁੰਦੀਆਂ ਨੇ। ਤਾਂ ਹੁਣ ਜਿਹੜੀ ਹੈ ਸਰਕਾਰਾਂ ਦੀ ਵੀ ਡਿਊਟੀ ਬਣਦੀ ਹੈ ਕਿ ਅਗਰ ਔਰਤਾਂ ਦੇ ਨਾਮ 'ਤੇ ਉਹਨਾਂ ਨੇ ਏਡੀ ਵੋਟਿੰਗ ਦੇ ਵਿੱਚ ਉਹ ਸਰਕਾਰਾਂ ਬਣਾਉਂਦੀਆਂ ਤਾਂ ਉਹਨਾਂ ਨੂੰ ਤਰਜੀਹੀ ਆਧਾਰ 'ਤੇ ਔਰਤਾਂ ਦੇ ਵੀ ਜਿਹੜੇ ਮਸਲੇ ਹੈ ਉਹ ਹੱਲ ਕਰਨੇ ਪੈਣਗੇ। ਤਾਂ ਦੇਖਿਆ ਜਾਵੇ ਤਾਂ ਜਿਹੜੀ ਔਰਤਾਂ ਨੂੰ ਰਾਖਵਾਂਕਰਨ, ਜਿਹੜਾ ਰਾਜਨੀਤੀ ਦੇ ਵਿੱਚ 33% ਸੀਟਾਂ ਰਾਖਵੀਆਂ ਕਰਨ ਦੀ ਗੱਲ ਚੱਲੀ ਹੈ, ਉਹ ਪਿਛਲੇ ਲੰਬੇ ਟਾਈਮ ਤੋਂ ਅੜਕੀ ਹੋਈ ਹੈ। 1996 ਤੋਂ ਇਹ ਮਾਮਲਾ ਲਟਕਦਾ ਆ ਰਿਹਾ। ਤੁਸੀਂ ਦੇਖ ਲਓ ਕਿੰਨੇ ਸਾਲ ਹੋ ਗਏ, 25-26 ਸਾਲ ਹੋ ਗਏ ਨੇ। ਨਾ ਤਾਂ ਕਾਂਗਰਸ ਨੇ ਇਸ ਨੂੰ ਸਿਰੇ ਲਾਇਆ ਅਤੇ ਨਾ ਹੀ ਸਾਡੀ ਜਿਹੜੀ ਹੁਣ NDA ਸਰਕਾਰ ਹੈ, ਹਾਲਾਂਕਿ ਉਹਨਾਂ ਕੋਲ ਤਾਂ ਮੈਸਿਵ ਮੈਜੋਰਟੀ ਹੈਗੀ ਹੈ, ਉਹ ਕਰ ਸਕਦੇ ਨੇ। ਪਰ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਇਹ ਨਹੀਂ ਚਾਹੁੰਦੀ। ਇਹਦਾ ਮਤਲਬ ਹੈ ਕਿ ਉਹਦੀ ਦਿਆਨਤਦਾਰੀ ਦਾ ਪਤਾ ਲੱਗਦਾ ਹੈ, ਉਹਨਾਂ ਦੇ ਨਜ਼ਰੀਏ ਦਾ ਪਤਾ ਲੱਗਦਾ ਹੈ ਕਿ ਔਰਤਾਂ ਪ੍ਰਤੀ ਉਹ ਸੱਚਮੁੱਚ ਕੋਈ ਰੱਖਦੇ ਨੇ ਦਰਦ। ਉਹਨਾਂ ਨੂੰ ਲੱਗਦਾ ਕਿ ਔਰਤਾਂ ਦਾ ਜਿਹੜਾ ਪੱਧਰ ਹੈ ਉੱਚਾ ਚੱਕਿਆ ਜਾਣਾ ਚਾਹੀਦਾ। ਤਾਂ ਚਾਹੀਦਾ ਕਿ ਪੋਲੀਟਿਕਸ ਦੇ ਵਿੱਚ ਉਹ ਫਿਰ 33% ਰਾਖਵਾਂ ਕਰਨਾ ਜਿਹੜਾ ਉਹ ਕਿਉਂ ਨਹੀਂ ਕਰਦੇ। ਹਾਲਾਂਕਿ ਜਿਹੜੀਆਂ ਸਾਡੀ ਪੰਚਾਇਤੀ ਸੰਸਥਾਵਾਂ ਨੇ ਉਹਨਾਂ ਦੇ ਵਿੱਚ 1/3 ਜਿਹੜੀਆਂ ਸੀਟਾਂ ਨੇ ਉਹ ਔਰਤਾਂ ਲਈ ਰਾਖਵੀਆਂ ਨੇ, ਬੜੀਆਂ ਪੁਰਾਣੀਆਂ। 1992 ਦੀ ਜਿਹੜੀ 73ਵੀਂ ਸੋਧ ਦੇ ਵਿੱਚ ਹੋਈਆਂ ਵੀਆਂ ਨੇ। ਤਾਂ ਉਹ ਉਸੇ ਤਰਜ਼ 'ਤੇ ਚਾਹੀਦਾ ਕਿ ਇਹਦੇ ਵਿੱਚ ਵੀ ਜਿਹੜੇ ਸੋਧ ਦਾ ਨਵਾਂ ਜਿਹੜਾ ਬਿੱਲ ਲਿਆਉਣਾ ਸਰਕਾਰ ਨੇ ਉਹ ਲਿਆ ਕੇ 33% ਰਾਖਵਾਂਕਰਨ ਕੀਤਾ ਜਾਵੇ। ਅਗਰ ਔਰਤਾਂ ਅੱਗੇ ਆਉਣਗੀਆਂ 33% ਰਾਖਵਾ, ਸਰਕਾਰ ਦਾ ਡਿਸੀਜ਼ਨ ਮੇਕਿੰਗ ਪ੍ਰੋਸੈਸ ਦੇ ਵਿੱਚ ਉਹਨਾਂ ਦੀ ਔਰਤਾਂ ਦੀ ਸ਼ਮੂਲੀਅਤ ਹੋਏਗੀ ਤਾਂ ਜਿਹੜੇ ਔਰਤਾਂ ਦੇ ਇਸ਼ੂ ਹੈ ਉਹ ਵੀ ਜ਼ਿਆਦਾ ਸੰਜੀਦਗੀ ਨਾਲ ਨਜਿੱਠੇ ਜਾਣਗੇ। ਜਿਹੜੇ ਅਲੱਗ-ਅਲੱਗ, ਜਿਸ ਤਰ੍ਹਾਂ ਤੁਸੀਂ ਇਸ਼ੂਜ਼ ਦੀ ਗੱਲ ਕਰਦੇ ਆ, ਤਾਂ ਔਰਤਾਂ ਬਿਹਤਰ ਢੰਗ ਨਾਲ ਨਜਿੱਠ ਸਕਦੀਆਂ ਨੇ। ਅਗਰ ਉਸੇ ਸੀਟ 'ਤੇ ਕੈਬਨਿਟ ਦੇ ਵਿੱਚ ਬੈਠੀਆਂ ਹੋਣਗੀਆਂ, ਵਿਧਾਨ ਸਭਾ ਦੇ ਵਿੱਚ ਵਧੇਰੇ ਔਰਤਾਂ ਹੋਣਗੀਆਂ ਤਾਂ ਉਹ ਆਪਣੇ ਮਸਲੇ ਜਾਂ ਜਨਰਲ ਔਰਤਾਂ ਦੇ ਮਸਲੇ ਵਿਧਾਨ ਸਭਾ ਦੇ ਵਿੱਚ, ਲੋਕ ਸਭਾ 'ਚ ਉਠਾ ਸਕਣਗੀਆਂ। ਹੁਣ ਤਾਂ ਚਲੋ ਫਿਰ ਵੀ ਥੋੜ੍ਹਾ ਠੀਕ ਹੈ ਕਿ ਜਦੋਂ ਪਹਿਲਾਂ 1952 ਦੇ ਵਿੱਚ ਪਹਿਲੀ ਜਵਾਹਰ ਲਾਲ ਨਹਿਰੂ ਦੀ ਕੈਬਨਿਟ ਬਣੀ ਸੀਗੀ ਤਾਂ ਉਹਦੇ ਵਿੱਚ ਤਾਂ ਸਿਰਫ ਇੱਕ ਔਰਤ ਸੀ ਜਿਹੜੀ ਹੈਲਥ ਮਿਨਿਸਟਰ ਸੀ। ਉਸ ਤੋਂ ਬਾਅਦ ਕਈ ਕੈਬਨਿਟ, ਚਾਹੇ ਲਾਲ ਬਹਾਦਰ ਸ਼ਾਸਤਰੀ ਦੀ ਹੋਵੇ, ਇੰਦਰਾ ਗਾਂਧੀ ਦੀ ਵਜ਼ਾਰਤਾਂ ਹੋਣ, ਉਹਨਾਂ ਦੇ ਵਿੱਚ ਤਾਂ ਕੋਈ ਮਹਿਲਾ ਨੂੰ ਕੈਬਨਿਟ ਮੰਤਰੀ ਨਹੀਂ ਸੀ ਬਣਾਇਆ ਗਿਆ। ਰਾਜੀਵ ਗਾਂਧੀ ਦੀ ਕੈਬਨਿਟ ਦੇ ਵਿੱਚ ਸਿਰਫ ਇੱਕ ਔਰਤ ਸੀ ਜਿਹੜੀ ਕੈਬਨਿਟ ਮੰਤਰੀ ਸੀ, ਮੋਹਸਿਨ ਅਕਦਵਾਈ। ਅਤੇ ਹੁਣ ਇਹ ਜ਼ਰੂਰ ਹੈ ਕਿ ਹੁਣ ਜਿਹੜੀ ਕੈਬਨਿਟ ਬਣੀ ਹੈ ਸਾਡੀ ਮੌਜੂਦਾ ਮੋਦੀ ਸਰਕਾਰ ਵਾਲੀ, ਭਾਰਤ ਸਰਕਾਰ ਵਾਲੀ, ਇਹਦੇ ਵਿੱਚ ਜਿਹੜੀਆਂ 11 ਮਹਿਲਾਵਾਂ ਹੈਗੀਆਂ ਨੇ ਮੰਤਰੀ ਵਜੋਂ। ਇਸ ਤਰ੍ਹਾਂ ਨਜ਼ਰ ਮਾਰੀਏ ਅਸੀਂ ਤਾਂ ਜੇ MPs ਦੀ ਗੱਲ ਕਰਨੀ ਹੋਵੇ ਤਾਂ 1952 ਦੀ ਜਿਹੜੀਆਂ ਲੋਕ ਸਭਾ ਚੋਣਾਂ ਪਹਿਲੀਆਂ ਹੋਈਆਂ ਸੀ ਉਹਦੇ ਵਿੱਚ ਲੋਕ ਸਭਾ ਦੇ ਵਿੱਚ ਸਿਰਫ 22 ਜਿਹੜੀਆਂ ਮਹਿਲਾ ਸੰਸਦ ਮੈਂਬਰ ਚੁਣ ਕੇ ਆਈਆਂ ਸੀਗੀਆਂ ਅਤੇ ਹੁਣ ਜਿਹੜੀਆਂ ਇਸ ਵੇਲੇ ਹੈਗੀਆਂ ਉਹ 78 ਮਹਿਲਾ। ਪਰ ਇਹ ਵੀ ਤਸੱਲੀ ਬਖਸ਼ ਹੈ ਜਿਹੜਾ ਉਹ ਅੰਕੜਾ ਨਹੀਂ, ਕਿਉਂਕਿ ਪਹਿਲੀ ਦੀ ਲੋਕ ਸਭਾ ਦੇ ਵਿੱਚ ਸਿਰਫ 5% ਔਰਤਾਂ ਬੈਠੀਆਂ ਸੀ ਅਤੇ ਹੁਣ ਉਹਨਾਂ ਦਾ ਅੰਕੜਾ ਜਿਹੜਾ 14% ਹੋਇਆ ਜੀ। ਅਗਰ ਇਹ 33% ਹੋ ਜਾਂਦਾ ਹੈ ਤਾਂ ਇਹਦੇ ਰਿਜ਼ਲਟ ਹੈ ਜਿਹੜੇ ਹੋਰ ਵੀ ਬਿਹਤਰ ਨਿਕਲ ਸਕਦੇ ਹੈ। ਸਾਡੀ ਸਿਆਸਤ ਦਾ ਮੁਹਾਂਦਰਾ ਵੀ ਬਦਲ ਸਕਦਾ ਹੈ ਔਰ ਜਿਹੜੀਆਂ ਔਰਤਾਂ ਦੀਆਂ ਮੁਸ਼ਕਲਾਂ ਜਾਂ ਸਮੱਸਿਆਵਾਂ ਨੇ ਉਹ ਵੀ ਬਿਹਤਰ ਢੰਗ ਨਾਲ ਜਿਹੜੀਆਂ ਨਜਿੱਠੀਆਂ ਜਾ ਸਕਦੀਆਂ ਨੇ। ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਔਰਤਾਂ ਦੀ, ਤਾਂ ਅੱਜ ਬਠਿੰਡਾ ਦੀ ਇੱਕ ਅਦਾਲਤ ਵੱਲੋਂ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਜਿਹੜਾ ਹੈਗਾ ਇੱਕ ਨੋਟਿਸ ਜਾਰੀ ਕੀਤਾ ਗਿਆ ਅਤੇ ਇਹ ਨੋਟਿਸ ਵੀ ਜਿਹੜਾ ਹੈਗਾ ਇੱਕ ਮਹਿਲਾ ਦੀ ਜਾਂ ਔਰਤ ਦੀ ਕਹਿ ਦਈਏ ਆਪਾਂ ਸ਼ਿਕਾਇਤ 'ਤੇ ਜਿਹੜਾ ਹੈਗਾ ਜਾਰੀ ਕੀਤਾ ਗਿਆ, ਕਿਉਂਕਿ ਔਰਤ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ। ਅਸੀਂ ਜਾਣਨਾ ਚਾਹਾਂਗੇ ਇਸ ਦੇ ਪਿੱਛੇ ਕੀ ਕਾਰਨ ਨੇ। ਦੇਖੋ, ਇਹ ਜਿਸ ਔਰਤ ਵੱਲੋਂ ਇਹ ਕੇਸ ਕੀਤਾ ਗਿਆ ਹੈ ਬਠਿੰਡਾ ਦੀ ਅਦਾਲਤ ਦੇ ਵਿੱਚ, ਉਹ ਬਜ਼ੁਰਗ ਔਰਤ ਹੈ ਮਹਿੰਦਰ ਕੌਰ। ਔਰ ਇਹ ਮਸਲਾ ਜਿਹੜਾ ਦਿੱਲੀ ਦੇ ਵਿੱਚ 3 ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਇੱਕ ਕਿਸਾਨ ਅੰਦੋਲਨ ਚੱਲਿਆ ਸੀ 1.25 ਸਾਲ, ਉਹਦੇ ਨਾਲ ਤਾਲੁਕ ਰੱਖਦਾ ਹੈਗਾ। ਤਾਂ ਅੱਜ ਬਠਿੰਡਾ ਦੀ ਅਦਾਲਤ ਨੇ ਜਿਹੜੀ ਬਾਲੀਵੁੱਡ ਅਦਾਕਾਰ ਹੈ ਕੰਗਨਾ ਰਣੌਤ, ਉਸ ਨੂੰ ਸੰਮਨ ਜਾਰੀ ਕੀਤੇ ਹੈ ਔਰ ਉਹਨੂੰ ਤਲਬ ਕੀਤਾ 19 ਅਪ੍ਰੈਲ ਲਈ। ਔਰ ਇਹ ਕੇਸ ਹੈ ਜਿਹੜਾ ਦਾਇਰ ਕੀਤਾ ਹੈ
ਉਹ ਮਹਿੰਦਰ ਕੌਰ ਨਾਮ ਦੀ ਔਰਤ ਹੈ, ਇੱਕ ਬਜ਼ੁਰਗ ਮਹਿਲਾ, ਤੇ ਸਾਡੇ ਦਰਸ਼ਕ ਭਲੀ ਭਾਂਤ ਉਸ ਤੋਂ ਜਾਣੂ ਹੋਣਗੇ ਕਿ ਜਿਸ ਟਾਈਮ ਉਹ ਬਹਾਦਰਗੜ੍ਹ ਜੰਡੀਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਹੈ, ਉਹ ਬਜ਼ੁਰਗ ਔਰਤ ਦੀ ਇੱਕ ਬੜੀ ਲੰਬੀ ਕਹਾਣੀ ਹੈ, ਬੜੀ ਦਰਦਮਈ ਕਹਾਣੀ ਹੈ। ਉਸ ਔਰਤ ਨੇ ਆਪਣੀ ਜ਼ਿੰਦਗੀ ਹੈ ਸਾਰੀ ਮਿਹਨਤ ਮਜ਼ਦੂਰੀ ਦੇ ਵਿੱਚ ਗੁਜ਼ਾਰੀ ਸੀ, ਤੇ ਉਹ ਦਿੱਲੀ ਦੇ ਘੋਲ ਦੇ ਵਿੱਚ ਪਾਰਟੀਸਪੇਟ ਕਰਨ ਗਈ ਸੀ ਜੀ। ਤਾਂ ਉਸ ਟਾਈਮ ਕੰਗਨਾ ਰਣੌਤ ਨੇ ਜਿਹੜਾ ਟਵੀਟ ਕਰਕੇ ਉਸ ਨੂੰ ਇੱਕ 100 ਰੁਪਏ ਵਾਲੀ ਦਿਹਾੜੀਦਾਰ ਔਰਤ ਦੱਸਿਆ ਸੀ। ਤਾਂ ਉਸਨੇ ਮਹਿਸੂਸ ਕੀਤਾ ਸੀ ਕਿ ਸਾਨੂੰ ਇਸ ਕਿਸਮ ਦੀ ਸਾਡੀ ਹੇਠੀ ਕੀਤੀ ਗਈ ਹੈ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਉਸਨੇ ਆਪਣੇ ਵਕੀਲ ਦੇ ਰਾਹੀਂ ਬਠਿੰਡਾ ਦੀ ਅਦਾਲਤ ਦੇ ਵਿੱਚ ਇਹ ਪਟੀਸ਼ਨ ਪਾਈ ਸੀ, ਜਿਸ ਨੂੰ ਲੈ ਕੇ ਅੱਜ ਬਠਿੰਡਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ 19 ਅਪ੍ਰੈਲ ਲਈ ਜਿਹੜਾ ਤਲਬ ਕੀਤਾ ਹੈ। ਇਹ ਵੀ ਇੱਕ ਨਾਰੀ ਚੇਤਨਾ ਦੀ ਗੱਲ ਕਹਿ ਲਓ। ਖਾਸ ਕਰਕੇ ਜਿਵੇਂ ਆਪਾਂ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਖਾਸ ਪੇਂਡੂ ਖੇਤਰਾਂ 'ਚ ਜਿਸ ਤਰ੍ਹਾਂ ਦਾ ਅੰਕੜਾ ਸਾਡੇ ਸਾਹਮਣੇ ਆ ਰਿਹਾ ਵੋਟਿੰਗ ਦਾ ਕਿ ਵਧਿਆ ਹੈਗਾ, ਤਾਂ ਉਹਦੇ ਵਿੱਚ ਕਿਸਾਨ ਘੋਲ ਦਾ ਵੀ ਇੱਕ ਵੱਡਾ ਯੋਗਦਾਨ ਹੋ ਸਕਦਾ ਹੈ, ਕਿਉਂਕਿ ਜਿਹੜੀ ਪੇਂਡੂ ਦਿਹਾਤੀ ਮਹਿਲਾ ਹੈਗੀ ਹੈ ਉਸ ਨੂੰ ਕਿਸਾਨ ਘੋਲ ਨੇ ਬਹੁਤ ਜਗਾਇਆ ਹੈ, ਕਿਉਂਕਿ ਉਹਦੀ ਲਗਾਤਾਰ ਪਾਰਟੀਸਪੇਸ਼ਨ ਹੈ ਜਿਹੜੀ ਕਿਸਾਨ ਘੋਲ ਨਾਲ, ਚਾਹੇ ਉਹ ਘਰੇ ਬੈਠ ਕੇ ਰਹੀ ਹੋਵੇ, ਚਾਹੇ ਉਹ ਆਪਣੇ ਹਲਕੇ 'ਚ ਰਹੀ ਹੋਵੇ, ਚਾਹੇ ਉਹ ਦਿੱਲੀ ਦੇ ਵਿੱਚ ਰਹੀ ਹੋਵੇ, ਉਹਦੇ 'ਚ ਇੱਕ ਚੇਤਨਤਾ ਆਈ ਆ। ਉਸ ਨੂੰ ਆਪਣੇ ਰਾਈਟਸ ਦੀ ਜਿਹੜੀ ਨਿਸ਼ਾਨਦੇਹੀ ਉਹਨੇ ਕੀਤੀ ਹੈਗੀ ਹੈ, ਉਸ ਦੇ ਵਿੱਚ ਹੁਣ ਇੱਕ ਜ਼ਰੂਰਤ ਪੈਦਾ ਹੋਈ ਹੈ। ਤਾਂ ਇਹ ਇੱਕ ਚੰਗੇ ਸਾਡੇ ਸਾਰੇ ਸੰਕੇਤ ਹੈ, ਚਾਹੇ ਉਹ ਲੋਕ ਰਾਜ ਦੇ ਵਿੱਚ ਹੈ, ਚਾਹੇ ਸੰਘਰਸ਼ ਦੇ ਪਿੜ ਦੇ ਵਿੱਚ ਹੈ, ਇਹ ਚੰਗੇ ਸੰਕੇਤ ਸਾਡੇ ਸਾਹਮਣੇ ਆ ਰਹੇ ਨੇ। ਤਾਂ ਚੰਗਾ ਹੋਵੇ ਕਿ ਸਾਡੀਆਂ ਜਿਹੜੀ ਪੰਜਾਬ ਸਰਕਾਰ ਨਵੀਂ ਸਰਕਾਰ ਬਣੇ ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਉਹ ਵੀ ਔਰਤਾਂ ਦੇ ਜਿਹੜੇ ਮਸਲੇ ਹੈ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਨਜਿੱਠੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।